सत श्री अकाल। जीवन ਵਿੱਚ खुशी हर वक्त बनाई रखो। ਕਿਸੇ ਨੇ ਕਿਹਾ ਹੈ ਕਿ ਮਨੁੱਖ ਅਤੇ ਪਸ਼ੂ ਵਿੱਚ ਇਹ ਫਰਕ ਹੈ ਕਿ ਮਨੁੱਖ ਤਾਂ ਹੱਸਦਾ ਹੈ ਪਰ ਪਸ਼ੂ ਹੱਸਦਾ ਨਹੀਂ ਹੈ। ਅਗਰ ਇਹ ਸੱਚ ਹੈ ਤਾਂ ਮਨੁੱਖ ਨੂੰ ਪਸ਼ੂ ਵਰਗਾ ਹੀ ਸਮਝੋ ਜੋ ਹੱਸਦਾ ਨਹੀਂ। ਜੇਕਰ ਇਹ ਸੱਚ ਨਹੀਂ, ਮਤਲਬ ਇਹ ਕਿਹਾ ਜਾਵੇ ਕਿ ਪਸ਼ੂ ਵੀ ਸਾਡੀ ਤਰ੍ਹਾਂ ਹੱਸਦੇ ਹਨ, ਫਿਰ ਤਾਂ ਉਹ ਮਨੁੱਖ ਜੋ ਨਹੀਂ ਹੱਸਦੇ, ਜੋ ਨਹੀਂ ਮੁਸਕਰਾਉਂਦੇ, ਉਹ ਪਸ਼ੂ ਤੋਂ ਵੀ ਜ਼ਿਆਦਾ ਦੁਰਭਾਗਿਆਸ਼ਾਲੀ ਹਨ। ਹੱਸਣਾ ਵੀ ਖੁਸ਼ੀ ਮਨ ਦੀ ਇੱਕ ਨਿਸ਼ਾਨੀ ਹੈ। ਖੁਸ਼ੀ ਤਾਂ ਹਰੇਕ ਮਨੁੱਖ ਆਪਣੇ ਜੀਵਨ ਵਿੱਚ ਚਾਹੁੰਦਾ ਹੈ, ਪਰ ਕਿਸੇ ਕਾਰਨਾਂ ਕਰਕੇ ਉਸ ਦਾ ਮਨ ਉਦਾਸ ਹੋ ਜਾਂਦਾ ਹੈ। ਮਨ ਦੀ ਖੁਸ਼ੀ ਵਾਸਤੇ ਈਸ਼ਵਰ ਗਿਆਨ ਅਤੇ ਮੈਡੀਟੇਸ਼ਨ ਜ਼ਰੂਰੀ ਹੈ। ਸਮੇਂ ਦੇ ਨਾਲ ਨਾਲ ਅੱਜ ਖੁਸ਼ੀ ਦੇ ਮਾਇਨੇ ਵੀ ਬਦਲ ਚੁੱਕੇ ਹਨ। ਇੱਕ ਵਿਅਕਤੀ ਦੂਸਰੇ ਵਿਅਕਤੀ ਤੋਂ ਚੀਜ਼ਾਂ ਵਿੱਚ, ਸੁੱਖ ਸੰਬੰਧਾਂ ਵਿੱਚ ਖੁਸ਼ੀ ਤਲਾਸ਼ਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਨੁੱਖ ਅੱਜ ਜ਼ਰੂਰਤਾਂ ਦੇ ਸੀਮਿਤ ਦਾਇਰੇ ਵਿੱਚੋਂ ਨਿਕਲ ਕੇ ਇੱਛਾਵਾਂ ਦੇ ਜਾਲ ਵਿੱਚ ਫਸ ਚੁੱਕਿਆ ਹੈ। ਉਹ ਜਿੰਨਾ ਹੀ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਨੀਆਂ ਹੀ ਉਸ ਦੀਆਂ ਇੱਛਾਵਾਂ ਵੱਧਦੀਆਂ ਜਾਂਦੀਆਂ ਹਨ। ਮਨੁੱਖ ਇਸ ਲਈ ਵੀ ਖੁਸ਼ ਨਹੀਂ ਰਹਿ ਰਿਹਾ ਕਿਉਂਕਿ ਜਾਂ ਤਾਂ ਪਾਸਟ ਵਿੱਚ ਜਿਉਂਦਾ ਹੈ ਜਾਂ ਫਿਊਚਰ ਵਿੱਚ ਜਿਉਂਦਾ ਹੈ। ਜੇਕਰ ਅਸੀਂ ਪਾਸਟ ਵਿੱਚ ਜਿਉਂਦੇ ਹਾਂ ਤਾਂ ਬੀਤੀਆਂ ਗੱਲਾਂ ਨੂੰ ਯਾਦ ਕਰਕੇ ਦੁਖੀ ਹੁੰਦੇ ਰਹਾਂਗੇ। ਇਸ ਦਾ ਕਾਰਨ ਇਹ ਹੈ ਕਿ ਬੀਤੇ ਹੋਏ ਨੂੰ ਅਸੀਂ ਮਨ ਵਿੱਚ ਹੀ ਰੱਖਿਆ ਹੋਇਆ ਹੈ, ਨਿਕਾਲਿਆ ਨਹੀਂ ਹੈ। ਪਾਸਟ ਨੂੰ ਅਸੀਂ ਜਿੰਨੀ ਵਾਰ ਦੁਹਰਾਉਂਦੇ ਹਾਂ ਤਾਂ ਉਹੀ ਅਤੀਤ ਸਾਡਾ ਅੱਜ ਬਣ ਜਾਂਦਾ ਹੈ ਅਤੇ ਫਿਰ ਇਹ ਸਾਡੇ ਭਵਿੱਖ 'ਤੇ ਵੀ ਪ੍ਰਭਾਵ ਪਾਉਂਦਾ ਹੈ। ਪਾਸਟ ਦੀ ਤਰ੍ਹਾਂ ਹੀ ਅਸੀਂ ਭਵਿੱਖ ਵਿੱਚ ਜਿਉਂਦੇ ਹਾਂ। ਅਸੀਂ ਖੁਸ਼ੀ ਨੂੰ ਭਵਿੱਖ ਵਿੱਚ ਲੱਭਣ ਦਾ ਯਤਨ ਕਰਦੇ ਰਹਿੰਦੇ ਹਾਂ। ਅਸੀਂ ਇਸ ਤਰ੍ਹਾਂ ਸੋਚਣ ਲੱਗ ਜਾਂਦੇ ਹਾਂ ਕਿ ਕੋਈ ਨਵੀਂ ਚੀਜ਼ ਸਾਨੂੰ ਮਿਲੇਗੀ ਤਾਂ ਅਸੀਂ ਖੁਸ਼ ਹੋਵਾਂਗੇ। ਉਸ ਵਕਤ ਸਾਡਾ ਸਾਰਾ ਧਿਆਨ ਇਸ ਗੱਲ 'ਤੇ ਹੀ ਹੁੰਦਾ ਹੈ ਕਿ ਜਦੋਂ ਇਹ ਹੋਵੇਗਾ ਤਾਂ ਖੁਸ਼ੀ ਮਿਲੇਗੀ। ਜਦੋਂ ਸਾਡੀ ਖੁਸ਼ੀ ਕਿਸੇ ਚੀਜ਼ 'ਤੇ ਨਿਰਭਰ ਹੁੰਦੀ ਹੈ ਤਾਂ ਡਰ ਤਾਂ ਲੱਗਦਾ ਹੀ ਹੈ, ਕਿਉਂਕਿ ਜੇ ਕਿਸੇ 'ਤੇ ਜਾਂ ਕਿਸੇ ਚੀਜ਼ 'ਤੇ ਡਿਪੈਂਡ ਕਰਦੇ ਹੋ ਤਾਂ ਡਰ ਬਣਿਆ ਹੀ ਰਹਿੰਦਾ ਹੈ। ਅਸੀਂ ਕਿੰਨੀ ਵੀ ਕੋਸ਼ਿਸ਼ ਕਰੀਏ, ਡਰ ਦਾ ਵਿਚਾਰ ਤਾਂ ਆ ਹੀ ਜਾਂਦਾ ਹੈ। ਖੁਸ਼ੀ ਅਤੇ ਡਰ ਦੋਨੋਂ ਇੱਕ ਸਾਥ ਨਹੀਂ ਹੋ ਸਕਦੇ। ਇਸ ਡਰ ਦੇ ਕਾਰਨ ਅਸੀਂ ਆਪਣੀ ਅੱਜ ਦੀ ਖੁਸ਼ੀ ਗਵਾ ਲੈਂਦੇ ਹਾਂ। ਕਈ ਮਨੁੱਖ ਕਿਸੇ ਛੋਟੀ ਜਿਹੀ ਪ੍ਰਾਪਤੀ ਦੇ ਪਿੱਛੇ ਆਪਣੀਆਂ ਖੁਸ਼ੀਆਂ ਗਵਾਉਂਦੇ ਰਹਿੰਦੇ ਹਨ ਅਤੇ ਹਮੇਸ਼ਾ ਦੂਸਰੇ ਦੀ ਪ੍ਰਾਪਤੀ ਵੱਲ ਦੇਖਦੇ ਰਹਿੰਦੇ ਹਨ। ਜਿਸ ਵਕਤ ਉਹ ਕੁਝ ਪ੍ਰਾਪਤ ਕਰਦੇ ਹਨ ਤਾਂ ਕਿਤੇ ਰਾਹਤ ਪਾਉਂਦੇ ਹਨ, ਪਰ ਇਸ ਨਾਲ ਸਿਰਫ ਰਾਹਤ ਹੁੰਦੀ ਹੈ, ਖੁਸ਼ੀ ਨਹੀਂ। ਰਾਹਤ ਵੀ ਥੋੜ੍ਹੇ ਚਿਰ ਲਈ ਹੁੰਦੀ ਹੈ। ਕਈ ਮਨੁੱਖ ਰਿਸ਼ਤੇ ਨਾਤੇ ਸੰਬੰਧਾਂ ਵਿੱਚ ਖੁਸ਼ੀ ਲੱਭਦੇ ਰਹਿੰਦੇ ਹਨ। ਜੇਕਰ ਰਿਸ਼ਤੇ ਵਿੱਚ ਥੋੜ੍ਹਾ ਰੁੱਸਣਾ ਬਣਾਉਣਾ ਹੋ ਗਿਆ ਤਾਂ ਉਹਨਾਂ ਦੀ ਖੁਸ਼ੀ ਗਾਇਬ ਹੋ ਜਾਂਦੀ ਹੈ। ਉਹ ਰਿਸ਼ਤਿਆਂ ਨੂੰ ਖੁਸ਼ੀ ਦਾ ਆਧਾਰ ਮੰਨ ਬੈਠਦੇ ਹਨ। ਉਹਨਾਂ ਦੀ ਖੁਸ਼ੀ ਤਾਂ ਆਪਣੇ ਹੱਥ ਵਿੱਚ ਹੈ, ਪਰ ਉਸ ਨੂੰ ਉਹ ਦੂਸਰਿਆਂ ਤੋਂ ਪ੍ਰਾਪਤ ਹੋਣ ਵਾਲੀ ਚੀਜ਼ ਸਮਝ ਲੈਂਦੇ ਹਨ। ਉਹ ਆਪਣੇ ਅੰਦਰ ਝਾਕਣ ਦਾ ਤਾਂ ਕਦੀ ਯਤਨ ਹੀ ਨਹੀਂ ਕਰਦੇ। ਉਹ ਕਦੀ ਇਹ ਦੇਖਦੇ ਹੀ ਨਹੀਂ ਕਿ ਉਹਨਾਂ ਦੇ ਆਪਣੇ ਅੰਦਰ ਹੀ ਖੁਸ਼ੀ ਦਾ ਭੰਡਾਰ ਭਰਿਆ ਪਿਆ ਹੈ। ਜੇਕਰ ਮਨੁੱਖ ਸਹੀ ਮਾਇਨੇ ਵਿੱਚ ਹਮੇਸ਼ਾ ਬਣੀ ਰਹਿਣ ਵਾਲੀ ਖੁਸ਼ੀ ਨੂੰ ਇਸ ਤਮੋਗੁਣੀ ਵਾਤਾਵਰਨ ਵਿੱਚ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਖੁਸ਼ੀ ਵਾਸਤੇ ਆਪਣੇ ਅੰਦਰ ਹੀ ਦੇਖਣਾ ਪਵੇਗਾ। ਮਨ ਨੂੰ ਜਾਗਰਤ ਕਰਨਾ ਹੋਵੇਗਾ। ਇੱਕ ਤਾਂ ਅਸੀਂ ਦੂਸਰਿਆਂ ਨੂੰ ਆਪਣੇ ਦੁੱਖ ਦਾ ਕਾਰਨ ਮੰਨ ਕੇ ਦੋਸ਼ ਦੇਣਾ ਛੱਡ ਦੇਈਏ। ਸਵੇਰੇ ਉੱਠਦੇ ਹੀ ਖੁਸ਼ੀ ਦੇ ਵਿਚਾਰ ਕਰੀਏ। ਆਪਣੇ ਆਪ ਨੂੰ ਕਹੋ ਕਿ ਅੱਜ ਜੋ ਕੁਝ ਵੀ ਮਰਜ਼ੀ ਹੋ ਜਾਵੇ, ਮੈਂ ਅੱਜ ਖੁਸ਼ ਹੀ ਰਹਿਣਾ ਹੈ। ਨੈਗੇਟਿਵ ਵਿਚਾਰਾਂ ਨੂੰ ਆਪਣੇ ਮਨ ਵਿੱਚ ਪ੍ਰਵੇਸ਼ ਨਾ ਹੋਣ ਦੇਵੋ। ਆਪਣੇ ਆਪ ਨੂੰ ਸਿਰਫ ਪੋਜ਼ੀਟਿਵ ਹੀ ਰੱਖੋ। ਖੁਸ਼ੀ ਨੂੰ ਦੂਸਰੇ ਤੋਂ ਪ੍ਰਾਪਤ ਹੋਣ ਵਾਲੀ ਚੀਜ਼ ਨਾ ਸਮਝੋ। ਆਪ ਨੂੰ ਪਛਾਣੋ। ਪਾਸਟ, ਬੀਤੇ ਹੋਏ ਅਤੇ ਆਉਣ ਵਾਲੇ ਸਮੇਂ ਦੀਆਂ ਗੱਲਾਂ ਛੱਡ ਕੇ ਹੁਣ ਵਿੱਚ ਜੀਣਾ ਸਿੱਖੋ। ਕਿਸੇ ਵੀ ਆਉਣ ਵਾਲੀ ਪ੍ਰਾਪਤੀ ਨੂੰ ਆਪਣੀ ਖੁਸ਼ੀ ਦਾ ਆਧਾਰ ਨਾ ਬਣਾਓ। ਆਪਣੇ ਆਪ ਹਰ ਪਰਿਸਥਿਤੀ ਵਿੱਚ ਸੰਤੁਸ਼ਟ ਰਹੋ। ਖੁਸ਼ੀ ਵਿਅਕਤੀਆਂ ਚੀਜ਼ਾਂ ਵਸਤਾਂ ਤੱਕ ਹੀ ਸੀਮਿਤ ਨਾ ਰੱਖੋ। ਕਿਸੇ ਵੀ
ਅਸਫਲਤਾ ਆਉਣ 'ਤੇ ਨਿਰਾਸ਼ ਨਾ ਹੋਵੋ, ਪਰ ਸਫਲਤਾ ਪ੍ਰਾਪਤ ਕਰਨ ਲਈ ਦੁੱਗਣਾ ਯਤਨ ਕਰੋ। ਸਾਰੇ ਕੰਮ ਖੁਸ਼ੀ ਅਤੇ ਸਰਲਤਾ ਨਾਲ ਕਰੋ। ਆਪਣੇ ਆਪ ਨੂੰ ਹਲਕਾ ਰੱਖੋ। ਕਿਸੇ ਵੀ ਗੱਲ ਦਾ ਬੋਝ ਆਪਣੇ ਮਨ 'ਤੇ ਨਾ ਪੈਣ ਦਿਓ। ਤੁਸੀਂ ਇਹ ਯਾਦ ਰੱਖੋ ਕਿ ਖੁਸ਼ੀ ਸਾਡੀ ਆਪਣੀ ਹੀ ਰਚਨਾ ਹੈ। ਆਪਣੇ ਆਪ ਨੂੰ ਹੌਲੀ ਹੌਲੀ ਰਮਤਾ ਜੋਗੀ ਬਣਾਉਣ ਦੀ ਕੋਸ਼ਿਸ਼ ਕਰੋ। ਅੱਜ ਦੀ ਕਹਾਣੀ ਹੈ, ਇੱਕ ਵਾਰੀ 50 ਲੋਕਾਂ ਦਾ ਗਰੁੱਪ ਕਿਸੇ ਮੀਟਿੰਗ ਵਿੱਚ ਹਿੱਸਾ ਲੈ ਰਿਹਾ ਸੀ। ਮੀਟਿੰਗ ਸ਼ੁਰੂ ਹੋਏ ਨੂੰ ਕੁਝ ਮਿੰਟ ਹੀ ਬੀਤੇ ਸੀ ਕਿ ਸਪੀਕਰ ਅਚਾਨਕ ਹੀ ਰੁਕਿਆ। ਸਾਰੇ ਹਿੱਸਾ ਲੈਣ ਵਾਲਿਆਂ ਨੂੰ ਗੁਬਾਰੇ ਦਿੰਦੇ ਹੋਏ ਬੋਲਿਆ, ਤੁਸੀਂ ਸਾਰੇ ਹੀ ਮਾਰਕਰ ਨਾਲ ਗੁਬਾਰਿਆਂ ਉੱਤੇ ਆਪਣਾ ਆਪਣਾ ਨਾਮ ਲਿਖੋ। ਸਾਰਿਆਂ ਨੇ ਇਸੇ ਤਰ੍ਹਾਂ ਕੀਤਾ। ਹੁਣ ਸਾਰੇ ਗੁਬਾਰਿਆਂ ਨੂੰ ਦੂਸਰੇ ਕਮਰੇ ਵਿੱਚ ਰੱਖ ਦਿੱਤਾ ਗਿਆ। ਸਪੀਕਰ ਨੇ ਸਾਰਿਆਂ ਨੂੰ ਕਿਹਾ ਕਿ ਜਾਓ ਅਤੇ 5 ਮਿੰਟ ਵਿੱਚ ਆਪਣੇ ਆਪਣੇ ਨਾਮ ਵਾਲਾ ਗੁਬਾਰਾ ਲੱਭ ਕੇ ਲੈ ਕੇ ਆਓ। ਸਾਰੇ ਪਾਰਟੀਸਪੈਂਟ ਤੇਜ਼ੀ ਨਾਲ ਕਮਰੇ ਵਿੱਚ ਵੜੇ ਅਤੇ ਪਾਗਲਾਂ ਦੀ ਤਰ੍ਹਾਂ ਆਪਣੇ ਆਪਣੇ ਨਾਮ ਵਾਲਾ ਗੁਬਾਰਾ ਲੱਭਣ ਲੱਗ ਗਏ। ਪਰ ਇਸ ਹਫੜਾ ਦਫੜੀ ਵਿੱਚ ਕਿਸੇ ਨੂੰ ਵੀ ਆਪਣੇ ਨਾਮ ਵਾਲਾ ਬਲੂਨ ਨਹੀਂ ਮਿਲ ਰਿਹਾ ਸੀ। 5 ਮਿੰਟ ਬਾਅਦ ਸਾਰਿਆਂ ਨੂੰ ਬਾਹਰ ਬੁਲਾ ਲਿਆ ਗਿਆ ਅਤੇ ਸਪੀਕਰ ਬੋਲਿਆ, ਅਰੇ ਤੁਸੀਂ ਸਾਰੇ ਖਾਲੀ ਹੱਥ ਕਿਉਂ ਹੋ? ਤੁਹਾਨੂੰ ਕਿਸੇ ਨੂੰ ਵੀ ਆਪਣੇ ਨਾਮ ਵਾਲਾ ਬਲੂਨ ਨਹੀਂ ਮਿਲਿਆ? ਨਹੀਂ, ਅਸੀਂ ਬਹੁਤ ਲੱਭਿਆ, ਪਰ ਹਮੇਸ਼ਾ ਕਿਸੇ ਹੋਰ ਦੇ ਨਾਮ ਵਾਲਾ ਗੁਬਾਰਾ ਹੀ ਹੱਥ ਆਇਆ। ਇੱਕ ਪਾਰਟੀਸਪੈਂਟ ਕੁਝ ਮਾਯੂਸ ਹੋ ਕੇ ਬੋਲਿਆ, ਕੋਈ ਗੱਲ ਨਹੀਂ, ਤੁਸੀਂ ਲੋਕ ਇੱਕ ਵਾਰ ਫਿਰ ਕਮਰੇ ਵਿੱਚ ਜਾਵੋ। ਇਸ ਵਾਰ ਜਿਸ ਨੂੰ ਜੋ ਵੀ ਗੁਬਾਰਾ ਮਿਲੇ ਉਸ ਨੂੰ ਆਪਣੇ ਹੱਥ ਵਿੱਚ ਫੜ ਕੇ ਉਸ ਵਿਅਕਤੀ ਨੂੰ ਦੇ ਦੇਣਾ ਜਿਸ ਦਾ ਨਾਮ ਉਸ ਉੱਪਰ ਲਿਖਿਆ ਹੋਇਆ ਹੋਵੇ। ਸਪੀਕਰ ਨੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ। ਇੱਕ ਵਾਰ ਫਿਰ ਸਾਰੇ ਹਿੱਸਾ ਲੈਣ ਵਾਲੇ ਕਮਰੇ ਵਿੱਚ ਗਏ, ਪਰ ਇਸ ਵਾਰ ਸਭ ਸ਼ਾਂਤ ਸੀ ਅਤੇ ਕਮਰੇ ਵਿੱਚ ਵੀ ਕਿਸੇ ਤਰ੍ਹਾਂ ਦੀ ਹਫੜਾ ਦਫੜੀ ਨਹੀਂ ਮਚੀ। ਸਾਰਿਆਂ ਨੇ ਇੱਕ ਦੂਸਰੇ ਨੂੰ ਉਹਨਾਂ ਦੇ ਨਾਮ ਦੇ ਗੁਬਾਰੇ ਦੇ ਦਿੱਤੇ ਅਤੇ 3 ਮਿੰਟ ਵਿੱਚ ਹੀ ਬਾਹਰ ਨਿਕਲ ਆਏ। ਸਪੀਕਰ ਨੇ ਗੰਭੀਰ ਹੁੰਦੇ ਹੋਏ ਕਿਹਾ, ਬਿਲਕੁਲ ਇਹੀ ਚੀਜ਼ ਸਾਡੇ ਜੀਵਨ ਵਿੱਚ ਹੋ ਰਹੀ ਹੈ। ਹਰ ਕੋਈ ਆਪਣੇ ਲਈ ਹੀ ਜੀ ਰਿਹਾ ਹੈ। ਉਹਨਾਂ ਨੂੰ ਇਸ ਗੱਲ ਨਾਲ ਤਾਂ ਮਤਲਬ ਹੀ ਨਹੀਂ ਕਿ ਉਹ ਕਿਸ ਤਰ੍ਹਾਂ ਕਿਸੇ ਦੀ ਮਦਦ ਕਰ ਸਕਦਾ ਹੈ, ਪਰ ਉਹ ਤਾਂ ਪਾਗਲਾਂ ਦੀ ਤਰ੍ਹਾਂ ਆਪਣੀਆਂ ਖੁਸ਼ੀਆਂ ਲੱਭ ਰਿਹਾ ਹੈ। ਪਰ ਬਹੁਤ ਲੱਭਣ ਦੇ ਬਾਅਦ ਵੀ ਮਿਲ ਕੁਝ ਨਹੀਂ ਰਿਹਾ ਹੈ। ਸਾਡੀ ਖੁਸ਼ੀ ਦੂਸਰਿਆਂ ਦੀ ਖੁਸ਼ੀ ਵਿੱਚ ਛਿਪੀ ਹੋਈ ਹੈ। ਜਦੋਂ ਤੁਸੀਂ ਹੋਰਨਾਂ ਨੂੰ ਉਹਨਾਂ ਦੀਆਂ ਖੁਸ਼ੀਆਂ ਦੇਣੀਆਂ ਸਿੱਖ ਜਾਵੋਗੇ ਤਾਂ ਆਪਣੇ ਆਪ ਹੀ ਸਾਨੂੰ ਸਾਡੀਆਂ ਖੁਸ਼ੀਆਂ ਮਿਲ ਜਾਣਗੀਆਂ। ਗਿਵਿੰਗ ਇਜ਼ ਰਿਸੀਵਿੰਗ, ਦੇਣਾ ਹੀ ਪਾਉਣਾ ਹੈ। ਮਾੜੇ ਕਰਮਾਂ ਤੋਂ ਡਰੋ, ਈਸ਼ਵਰ ਤੋਂ ਨਹੀਂ। ਈਸ਼ਵਰ ਤਾਂ ਮਾਫ਼ ਕਰ ਦਿੰਦਾ ਹੈ, ਕਰਮ ਭੋਗਣਾ ਹੀ ਪੈਂਦਾ ਹੈ। ਧਰਤੀ ਉੱਤੇ ਕੋਈ ਵਿਅਕਤੀ ਇਸ ਤਰ੍ਹਾਂ ਦਾ ਨਹੀਂ ਜਿਸ ਨੂੰ ਕੋਈ ਸਮੱਸਿਆ ਨਾ ਹੋਵੇ, ਅਤੇ ਧਰਤੀ ਉੱਤੇ ਕੋਈ ਸਮੱਸਿਆ ਇਸ ਤਰ੍ਹਾਂ ਦੀ ਨਹੀਂ ਜਿਸ ਦਾ ਹੱਲ ਨਾ ਹੋਵੇ। ਸਤਿ ਸ੍ਰੀ ਅਕਾਲ।